ਦੇਸ਼ ਪ੍ਰਦੇਸ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਤੇ ਰੇਡ ਐਫਐਮ ਸੁਣਨ ਵਾਲੇ ਸਾਰੇ ਸਰੋਤਿਆਂ ਦਾ ਸਵਾਗਤ। ਮੈਂ ਅਨੂਜਾ ਸ਼ਰਮਾ ਤੇ ਗੱਲਬਾਤ ਕਰਦੇ ਹਾਂ ਅੱਜ ਦੀ 8ਵੇਂ ਗੇੜ ਦੀ ਬੈਠਕ ਜੋ ਕਿਸਾਨਾਂ ਦੀ ਸੀਗੀ ਤੇ ਉਹ ਵੀ ਬੇਸਿੱਟਾ ਰਹੀ ਹੈ। ਤੇ ਆਓ ਤਾਜ਼ਾ ਜਾਣਕਾਰੀ ਲੈਣੇ ਆ ਮਨਪ੍ਰੀਤ ਤੋਂ। ਮਨਪ੍ਰੀਤ, ਕਿੱਦਾਂ ਰਹੀ ਅੱਜ ਦੀ ਬੈਠਕ ਕਿਉਂਕਿ ਉਹ ਬੇਸਿੱਟਾ ਰਹੀ ਹੈ? ਦੇਖੋ ਅਨੁਜਾ, ਸਾਨੂੰ ਉਮੀਦਾਂ ਸੀ, ਹਾਲਾਂਕਿ ਕਿਸਾਨਾਂ ਦੇ ਆਗੂਆਂ ਨੂੰ ਜ਼ਿਆਦਾ ਉਮੀਦਾਂ ਨਹੀਂ ਸੀ ਕਿ ਅੱਜ ਦੀ ਜਿਹੜੀ 8ਵੇਂ ਗੇੜ ਦੀ ਮੀਟਿੰਗ ਆ ਉਹ ਕੋਈ ਨਾ ਕੋਈ ਸਿੱਟਾ ਜਾਂ ਕੋਈ ਨਾ ਕੋਈ ਨਤੀਜਾ ਉਹਦਾ ਜ਼ਰੂਰ ਨਿਕਲੇਗਾ। ਲੇਕਿਨ ਤੁਹਾਨੂੰ ਪਤਾ ਹੀ ਹੈ ਕਿ ਹੁਣੇ ਖਬਰਾਂ ਆ ਰਹੀਆਂ, ਸਾਡੀ ਆਪਣੀ ਦੇਸ਼ ਪ੍ਰਦੇਸ਼ ਦੀ ਟੀਮ ਉੱਥੇ ਵਿਗਿਆਨ ਭਵਨ ਦੇ ਬਾਹਰ ਆ। ਉਹਨਾਂ ਨੇ ਸਾਨੂੰ ਤਾਜ਼ਾ ਜਾਣਕਾਰੀ ਭੇਜੀ ਆ ਕਿ ਜਿਹੜੀ ਉਹ ਮੀਟਿੰਗ ਆ 3 ਘੰਟੇ 10 ਮਿੰਟ ਦੇ ਅੰਦਰ ਇਹ ਮੀਟਿੰਗ ਖਤਮ ਹੋ ਗਈ ਹੈ। 2 ਵਜੇ ਸ਼ੁਰੂ ਹੁੰਦੀ ਆ ਔਰ 5:10 ਤੇ ਇਹ ਮੀਟਿੰਗ ਖਤਮ ਹੋ ਗਈ ਆ। ਇਹ ਮੀਟਿੰਗ ਬਿਲਕੁਲ ਬੇਸਿੱਟਾ ਨਿਕਲੀ ਆ ਔਰ ਅਨੁਜਾ, ਤੁਹਾਨੂੰ ਜਾਣ ਕੇ ਹੈਰਾਨੀ ਹੋਏਗੀ ਕਿ ਇਸ ਮੀਟਿੰਗ ਦੇ ਵਿੱਚ ਤਲਖੀ ਕੁਛ ਪਹਿਲਾਂ ਨਾਲੋਂ ਵੱਧ ਹੋਈ ਆ। ਤੁਹਾਨੂੰ ਯਾਦ ਹੋਣਾ, ਜਦੋਂ ਮੈਂ ਵਿਗਿਆਨ ਭਵਨ ਦੇ ਬਾਹਰ ਸੀ, ਤੁਸੀਂ ਵੀ ਉਦੋਂ ਉੱਥੇ ਹੀ ਸੀ, ਜਦੋਂ 4 ਜਨਵਰੀ ਨੂੰ ਮੀਟਿੰਗ ਹੋਈ ਸੀ। ਉਸ ਵੇਲੇ ਅਸੀਂ ਕਈ ਕਿਸਾਨਾਂ ਦੇ ਆਗੂ ਨੂੰ ਪੁੱਛਿਆ ਸੀ ਕਿ ਕੀ ਅੰਦਰ ਤਲਖੀ ਹੋਈ ਆ, ਤਾਂ ਕਿਸਾਨਾਂ ਦੇ ਆਗੂ ਨੇ ਸਾਨੂੰ ਬੜੀ ਦੱਬੀ ਜ਼ੁਬਾਨ 'ਚ ਕਿਹਾ ਸੀ ਥੋੜ੍ਹੀ ਬਹੁਤੀ ਤਲਖੀ ਹੋਈ ਹੈ, ਜ਼ਿਆਦਾ ਨਹੀਂ ਹੋਈ, ਕਿਉਂਕਿ ਕਿਸਾਨਾਂ ਦੇ ਆਗੂ ਨਹੀਂ ਸੀ ਚਾਹੁੰਦੇ ਕਿ ਕਿਸੇ ਤਰ੍ਹਾਂ ਦਾ ਵਿਘਨ ਇਸ ਮੁਲਾਕਾਤਾਂ ਦੇ ਵਿੱਚ, ਇਹਨਾਂ ਬੈਠਕਾਂ ਦੇ ਵਿੱਚ ਆਵੇ, ਕਿਉਂਕਿ ਉਹ ਚਾਹੁੰਦੇ ਸੀ ਕਿ ਲਗਾਤਾਰ ਬੈਠਕਾਂ ਜੇ ਬਣੀਆਂ ਰਹਿਣਗੀਆਂ, ਚੱਲਦੀਆਂ ਰਹਿਣਗੀਆਂ, ਤਾਂ ਹੀ ਕੋਈ ਸਿੱਟਾ ਨਿਕਲੇਗਾ। ਅੱਜ ਇਹ ਬੜੀ ਜਾਣ ਕੇ ਹੈਰਾਨੀ ਹੋਈ ਹੈ ਕਿ ਬੜੀ ਤਲਖੀ ਹੋਈ ਹੈ। ਇੱਥੋਂ ਤੱਕ ਹੋ ਗਿਆ ਕਿ ਕਿਸਾਨਾਂ ਨੇ ਨਾ ਤਾਂ ਲੰਗਰ ਖਾਧਾ, ਨਾ ਚਾਹ ਪਾਣੀ ਪੀਤਾ। ਜੋ ਉਹਨਾਂ ਨੂੰ ਸਰਕਾਰ ਦੇ ਜਿਹੜੇ ਆਗੂ ਸੀਗੇ, ਕੇਂਦਰੀ ਮੰਤਰੀ ਜਿਹੜੇ ਖੇਤੀਬਾੜੀ ਮੰਤਰੀ ਆ, ਨਰਿੰਦਰ ਤੋਮਰ ਅੰਦਰ ਸੀ, ਪਿਊਸ਼ ਗੋਇਲ ਅੰਦਰ ਸੀ, ਸੋਮ ਪ੍ਰਕਾਸ਼ ਅੰਦਰ ਸੀ ਜਿਹੜੇ ਪੰਜਾਬ ਤੋਂ ਹੀ ਆ, ਔਰ ਉਸ ਤੋਂ ਬਾਅਦ ਵੱਡੀ ਲੰਬੀ ਚੌੜੀ ਜਿਹੜੀ ਅਫਸਰਾਂ ਦੀ ਪੂਰੀ ਟੀਮ ਸੀ ਉਹ ਉੱਥੇ ਸੀ। ਕਿਸਾਨਾਂ ਦੀ ਤਲਖੀ ਦਾ ਇੱਥੋਂ ਪਤਾ ਲੱਗਦਾ ਅਨੁਜਾ ਕਿ ਕਿਸਾਨਾਂ ਨੇ ਅੱਜ ਆਪਣੀ ਇੱਕ ਲਿਖ ਕੇ ਪਰਚੀ ਲਾਤੀ ਸੀ, ਜਿੱਤਾਂਗੇ ਜਾਂ ਮਰਾਂਗੇ। ਤੁਹਾਨੂੰ ਯਾਦ ਹੋਣਾ, 5ਵੇਂ ਗੇੜ ਦੀ ਮੀਟਿੰਗ ਜਦੋਂ ਹੋਈ ਸੀ ਤੇ ਕਿਸਾਨਾਂ ਨੇ ਆਪਣੇ ਮੂੰਹ ਤੇ ਉਂਗਲੀਆਂ ਰੱਖ ਲਈਆਂ ਸੀ ਔਰ ਇੱਕ ਪਰਚੀ ਲਿਖ ਕੇ ਲਾਤੀ ਸੀ ਕੇਂਦਰੀ ਸਰਕਾਰ ਦੇ ਜਿਹੜੇ ਕੇਂਦਰ ਸਰਕਾਰ ਦੇ ਮੰਤਰੀ, ਉਹਨਾਂ ਲਈ ਯੈਸ ਔਰ ਨੋ, ਕਿ ਜਾਂ ਸਾਨੂੰ ਹਾਂ 'ਚ ਜਵਾਬ ਦਿਓ ਜਾਂ ਨਾ 'ਚ ਜਵਾਬ ਦਿਓ। ਅੱਜ ਵੀ ਬਿਲਕੁਲ ਉਸੇ ਤਰ੍ਹਾਂ ਦੀ ਗੱਲ ਹੋਈ। ਉਸ ਵਿੱਚ ਉਹਨਾਂ ਨੇ ਕਿਹਾ ਜਿੱਤਾਂਗੇ ਜਾਂ ਮਰਾਂਗੇ, ਇਸ ਤੋਂ ਇਲਾਵਾ ਸਾਨੂੰ ਕੋਈ ਚੀਜ਼ ਨਹੀਂ ਚਾਹੀਦੀ। ਕਾਨੂੰਨ ਤੁਹਾਨੂੰ ਵਾਪਸ ਲੈਣੇ ਪੈਣਗੇ, ਕਾਨੂੰਨ ਤੁਹਾਨੂੰ ਰੱਦ ਕਰਨੇ ਪੈਣਗੇ। ਦੂਸਰੀ ਗੱਲ ਮੈਂ ਤੁਹਾਨੂੰ ਇਹ ਦੱਸਦਾ ਕਿ ਜਿਹੜੀ ਅਗਲੀ ਮੀਟਿੰਗ ਅਨੁਜਾ ਹੋਣ ਜਾ ਰਹੀ ਆ ਉਹ 15 ਜਨਵਰੀ ਨੂੰ ਹੋਏਗੀ। 15 ਜਨਵਰੀ ਨੂੰ ਅਗਲੀ ਮੀਟਿੰਗ ਹੋਣ ਜਾ ਰਹੀ ਆ। ਉਹਦੇ ਵਿੱਚ ਕੀ ਨਤੀਜਾ ਨਿਕਲਣਾ, ਲੇਕਿਨ ਮੈਂ ਜਿੰਨੇ ਆਗੂਆਂ ਤੋਂ ਗੱਲਾਂ ਸੁਣ ਰਿਹਾ ਉਹ ਇਸ ਮੀਟਿੰਗ ਤੋਂ ਖੁਸ਼ ਨਹੀਂ ਹੈ, ਕਿਉਂਕਿ ਇਸ ਵਾਰੀ ਬਿਲਕੁਲ ਸਰਕਾਰ ਜਿਹੜੀ ਉਹ ਅੜ ਗਈ ਆ। ਉਹ ਕਹਿੰਦੇ ਅਸੀਂ ਖੇਤੀਬਾੜੀ ਦੇ ਕਾਨੂੰਨ ਵਾਪਸ ਨਹੀਂ ਲੈਣੇ। ਦੇਖੋ, ਅੱਜ ਦੀ ਮੀਟਿੰਗ ਦੇ ਵਿੱਚ ਸਰਕਾਰ ਦਾ ਪਹਿਲਾਂ ਵਾਲਾ ਹੀ ਰੁਖ ਆ। ਸਰਕਾਰ ਕਹਿ ਰਹੀ ਹੈ ਕਿ ਅਸੀਂ ਸੋਧਾਂ ਕਰਨ ਨੂੰ ਤਿਆਰ ਹਾਂ, ਅਸੀਂ ਕਾਨੂੰਨ ਜਿਹੜੇ ਰੱਦ ਕਰਨ ਨੂੰ ਨਹੀਂ ਤਿਆਰ ਗਏ। ਤਾਂ ਉਹਦੇ 'ਚ ਅਸੀਂ ਸਾਫ਼ ਕਿਹਾ ਕਿ ਅਸੀਂ 1 ਇੰਚ ਵੀ ਪਿੱਛੇ ਨਹੀਂ ਹਟਾਂਗੇ, ਜੋ ਹੁੰਦਾ ਹੋ ਜੇ, ਅਸੀਂ ਇਹ ਕਾਨੂੰਨ ਰੱਦ ਕਰਵਾਏ ਤੋਂ ਬਿਨਾਂ ਜਿਹੜਾ ਵਾਪਸ ਨਹੀਂ ਜਾਵਾਂਗੇ। ਤਾਂ ਅੱਜ ਦੀ ਮੀਟਿੰਗ ਜਿਹੜੀ ਹੈਗੀ ਆ ਉਹ ਬੇਸਿੱਟਾ ਰਹੀ ਆ। ਅੱਜ ਦੀ ਮੀਟਿੰਗ ਦੇ ਵਿੱਚ ਕੁਝ ਵੀ ਜਿਹੜਾ ਨਵਾਂ ਨਹੀਂ ਸੀ ਵਾਪਰਿਆ। ਹੁਣ ਸਰਕਾਰ ਨੇ ਜਿਹੜਾ ਇਹ ਕਿਹਾ ਵੀ ਅਗਲੀ ਮੀਟਿੰਗ ਜਿਹੜੀ ਅਸੀਂ 15 ਤਰੀਕ ਨੂੰ ਕਰਾਂਗੇ। ਤੋ ਸਾਡੇ ਵੱਲੋਂ ਬਿਲਕੁਲ ਸਾਫ਼ ਆ ਕਿ ਅਸੀਂ ਗੱਲਬਾਤ ਤੋਂ ਨਹੀਂ ਭੱਜਦੇ, ਕਿ ਸਰਕਾਰ ਇਹ ਬਹਾਨਾ ਬਣਾਵੇ ਕਿ ਗੱਲਬਾਤ ਨਹੀਂ ਕਰਨਾ ਚਾਹੁੰਦੇਗੇ। ਅਸੀਂ ਗੱਲਬਾਤ ਵੀ ਕਰਾਂਗੇ, ਪਰ ਅਸੀਂ ਆਪਣਾ ਅੰਦੋਲਨ ਜਿਹੜਾ ਅਸੀਂ 26 ਜਨਵਰੀ ਨੂੰ ਇੱਕ ਇਤਿਹਾਸਕ ਜਿਹੜਾ ਕਿਸਾਨ ਪਰੇਡ ਮਾਰਚ ਰੱਖਿਆ ਹੋਇਆ ਦਿੱਲੀ ਦੇ ਵਿੱਚ, ਉਹਦੀਆਂ ਤਿਆਰੀਆਂ ਜਿਹੜੀਆਂ ਜ਼ੋਰਾਂ 'ਤੇ ਚੱਲ ਰਹੀਆਂ ਨੇ। ਤੋ ਅਸੀਂ ਦੇਸ਼ ਦੇ ਵਿੱਚ ਵਸਦੇ ਸਾਰੇ ਲੋਕਾਂ ਨੂੰ ਇਹ ਕਹਿ ਰਹੇ ਹਾਂ ਕਿ ਆਪਣੇ ਟਰੈਕਟਰ ਤਿਆਰ ਰੱਖੋ ਔਰ 26 ਤੋਂ 2-3 ਦਿਨ ਪਹਿਲਾਂ ਹੀ ਦਿੱਲੀ ਦੇ ਸਾਰੇ ਬਾਰਡਰਾਂ 'ਤੇ ਜਿੱਥੇ ਧਰਨੇ ਲੱਗੇ ਹੋਏ ਆ ਉੱਥੇ ਟਰੈਕਟਰ ਲਿਆ ਕੇ ਖੜੇ ਕਰ ਲਓ, ਤਾਂ ਕਿ 26 ਜਨਵਰੀ ਨੂੰ ਪੂਰੀ ਦੁਨੀਆ ਦੇ ਇਤਿਹਾਸ ਦੇ ਵਿੱਚ ਇੱਕ ਨਵਾਂ ਜਿਹੜਾ ਅਧਿਆਇ ਆਪਾਂ ਜੋੜਨ ਵਾਸਤੇ ਜਿਹੜਾ ਤਿਆਰ ਰਹੀਏ। ਇੱਕ ਹੋਰ ਗੱਲ ਆਈ, ਕਿਸਾਨਾਂ ਦੇ ਆਗੂਆਂ ਨੇ ਇੱਥੋਂ ਤੱਕ ਵੀ ਕਿਹਾ ਕਿ ਜਿਹੜੀ ਤੁਸੀਂ ਖੇਤੀਬਾੜੀ ਦੇ ਜਿਹੜੇ ਤੁਸੀਂ ਕਾਨੂੰਨ ਬਣਾਏ ਆ ਉਹ ਤੁਹਾਨੂੰ ਸੰਵਿਧਾਨਕ ਅਧਿਕਾਰ ਹੀ ਨਹੀਂ ਹੈਗਾ, ਤੁਸੀਂ ਕੌਨਸਟੀਟਿਊਸ਼ਨਲੀ ਵੀ ਗਲਤ ਹੋ, ਕਿਉਂਕਿ ਇਹ ਜਿਹੜਾ ਸਟੇਟ ਲਿਸਟ ਆ, ਤੁਹਾਨੂੰ ਪਤਾ ਕਿ ਇੱਕ ਕੌਂਕਰੈਂਟ ਲਿਸਟ ਹੁੰਦੀ ਆ, ਇੱਕ ਸਟੇਟ ਲਿਸਟ ਹੁੰਦੀ ਆ ਔਰ ਇੱਕ ਸੈਂਟਰਲ ਲਿਸਟ ਹੁੰਦੀ ਆ। ਤਿੰਨਾਂ ਦੇ ਵਿੱਚ ਜੇ ਤੁਸੀਂ ਦੇਖੋ, ਖੇਤੀਬਾੜੀ ਦੇ ਜਿਹੜੇ ਸੀਗੇ ਕਾਨੂੰਨ ਆ ਉਹ ਸਾਰੇ ਸਟੇਟ ਲਿਸਟ 'ਤੇ ਹੁੰਦੇ ਆ। ਉਹ ਕਹਿੰਦੇ ਕਿ ਇਹ ਵੀ ਤੁਹਾਡਾ ਸੰਵਿਧਾਨਕ ਆ, ਤੁਸੀਂ ਗੈਰ ਸੰਵਿਧਾਨਕ ਕੰਮ ਕੀਤਾ ਔਰ ਤੁਸੀਂ ਗੈਰ ਸੰਵਿਧਾਨਕ ਢੰਗ ਦੇ ਨਾਲ ਇਹ ਸਾਰੇ ਜਿਹੜੇ ਕਾਨੂੰਨ ਆ ਉਹ ਪਾਸ ਕੀਤੇ ਜੀ। ਤੇ ਇੱਦਾਂ ਹੀ ਅਗਰ ਆਪਾਂ ਦੇਖੀਏ ਤੇ ਅੱਜ ਅੰਦਰ ਉਹਨਾਂ ਨੇ ਨਾ ਲੰਗਰ ਕੀਤਾ, ਨਾ ਕੁਝ ਖਾਦਾ, ਨਾ ਪੀਤਾ, ਲੇਕਿਨ ਉੱਥੇ ਹੀ ਉਹ ਇਹ ਵੀ ਕਹਿ ਰਿਹਾ ਕਿ ਹੁਣ ਜਿਹੜਾ ਉਹ ਆਪਣਾ ਇਹ ਪ੍ਰਦਰਸ਼ਨ ਹੈਗਾ ਇਹ ਥੋੜ੍ਹਾ ਹੋਰ ਵਧਾ ਦੇਣਗੇ, ਇਹਨੂੰ ਰੋਸ਼ ਹੋਰ ਵਧੇਗਾ ਇਹਦੇ ਵਿੱਚ। ਤੇ 26 ਤਰੀਕ ਦੀ ਜਿਹੜੀ ਸੈਰੇਮਨੀ ਹੈ, ਟਰੈਕਟਰ ਰੈਲੀ ਹੈ, ਉਹ ਹੋਰ ਤਿੱਖੇ ਢੰਗ ਨਾਲ ਕੀਤੀ ਜਾਵੇਗੀ ਤੇ ਉੱਥੇ ਹੀ ਲੋਹੜੀ ਵੀ ਉਹ ਬਹੁਤ ਰੋਸ ਨਾਲ ਮਨਾਉਣਗੇ ਉੱਥੇ। ਦੇਖੋ, 13 ਜਨਵਰੀ ਦੀ ਲੋਹੜੀ ਆ, ਆਪਾਂ ਨੂੰ ਪਤਾ ਅੱਜ 8 ਤਰੀਕ ਹੈ, 8 ਜਨਵਰੀ ਆ। ਅੱਜ ਪੂਰੇ ਅਨੁਜਾ 44 ਦਿਨ ਹੋ ਗਏ ਨੇ, 44ਵਾਂ ਦਿਨ ਵੀ ਲੰਘ ਗਿਆ। 13 ਜਨਵਰੀ ਨੂੰ ਲੋਹੜੀ ਆ। ਉਦਣ ਕਿਸਾਨ ਇਹ ਜਿਹੜੇ ਕਾਨੂੰਨ ਬਣੇ ਆ ਨਵੇਂ, ਇਹਨਾਂ ਦੀਆਂ ਪ੍ਰਤੀਆਂ ਸਾੜਨਗੇ,
ਇਹਨਾਂ ਕਾਨੂੰਨਾਂ ਦੇ ਜਿਹੜੀਆਂ ਉਹ ਉੱਥੇ ਫਾੜਨਗੇ ਤੇ ਸਾੜਨਗੇ। ਲੋੜੀ ਕਾਨੂੰਨਾਂ ਦੀ ਸਾੜੀ ਜਾਏਗੀ ਇਸ ਵਾਰੀ। ਇੱਕ ਤਾਂ ਇਹ ਆ 26 ਤਰੀਕ ਨੂੰ ਉਹ ਕਹਿ ਰਿਹਾ ਕਿ ਕਿਸਾਨ ਪਰੇਡ ਮਾਰਚ ਹੋਏਗਾ। ਉਹਨਾਂ ਨੇ ਸਾਰੇ ਕਿਸਾਨਾਂ ਨੂੰ ਕਿਹਾ ਕਿ ਤੁਸੀਂ ਆਓ ਆਪਣੇ ਟਰੈਕਟਰ ਲੈ ਕੇ ਆਓ। ਤੁਹਾਨੂੰ ਪਤਾ ਹੈ ਕਿ ਕੱਲ ਜਿਹੜੀ ਇੱਕ ਟਰੈਕਟਰ ਰੈਲੀ ਹੋਈ ਆ ਉਹਦੇ ਵਿੱਚ ਲਗਭਗ 5 ਤੋਂ ਲੈ ਕੇ 7,000 ਤੱਕ ਜਿਹੜੇ ਟਰੈਕਟਰ ਉਹ ਸ਼ਾਮਲ ਹੋਏ ਸੀ ਤੇ ਕਈ ਹਜ਼ਾਰਾਂ ਜਿਹੜੇ ਕਈ ਲੱਖਾਂ ਦੀ ਗਿਣਤੀ ਵਿੱਚ ਕਿਸਾਨ ਸ਼ਾਮਲ ਹੋਏ ਸੀ। ਟਰੈਕਟਰ ਰੈਲੀ ਕੱਢੇਗੀ। ਹੁਣ ਉਹਨਾਂ ਨੇ ਕਹਿਤਾ ਕਿ ਜਿਹੜਾ ਕੇਂਦਰ ਦਾ ਰਵੱਈਆ ਉਹ ਬਿਲਕੁਲ ਢਿੱਲਾ ਮੱਠਾ, ਉਹ ਬਿਲਕੁਲ ਨਹੀਂ ਚਾਹੁੰਦੇ। ਉਹਨਾਂ ਦੀ ਨੀਅਤ ਤੇ ਹੁਣ ਕਿਸਾਨਾਂ ਨੂੰ ਵੀ ਸ਼ੱਕ ਆ, ਕਿਸਾਨਾਂ ਦੇ ਆਗੂਆਂ ਨੂੰ ਵੀ ਆ। ਇੱਕ ਹੋਰ ਦੇਖੋ ਤੁਸੀਂ, ਜਿਹੜੇ ਪ੍ਰਧਾਨ ਮੰਤਰੀ ਆ, ਤੁਹਾਨੂੰ ਪਤਾ ਇਹ ਗੱਲ ਵੀ ਸਾਰੇ ਕਿਸਾਨਾਂ ਦੇ ਆਗੂਆਂ ਨੇ ਕਹੀ ਆ ਕਿ ਪਿਛਲੇ ਲਗਭਗ 44 ਦਿਨਾਂ ਤੋਂ ਜਾਂ ਜਦੋਂ ਤੋਂ ਵੀ ਅੰਦੋਲਨ ਚੱਲ ਰਿਹਾ 70 ਤੋਂ ਵੱਧ ਜਿਹੜੇ ਕਿਸਾਨ ਆ ਉਹ ਇਸ ਦੌਰਾਨ ਅੰਦੋਲਨ ਦੌਰਾਨ ਉਹਨਾਂ ਦੇ ਜਾਨਾਂ ਗਈਆਂ, ਉਹ ਮਾਰੇ ਜਾ ਚੁੱਕੇ ਆ। ਇੱਕ ਵੀ ਸ਼ਬਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾਂ ਨੂੰ ਸ਼ਰਧਾਂਜਲੀ ਦੇ ਰੂਪ ਤੇ ਜਾਂ ਉਹਨਾਂ ਆਪਣੀ ਸੰਵੇਦਨਾ ਪ੍ਰਗਟ ਨਹੀਂ ਕੀਤੀ ਕਿ ਇਹ ਕਿਸਾਨ ਜਿਹੜੇ ਉੱਥੇ ਮਾਰੇ ਗਏ ਆ। ਸੋ ਉਹਨਾਂ ਨੂੰ ਲੱਗਦਾ ਕਿ ਕਿਤੇ ਨਾ ਕਿਤੇ ਜਿਹੜੀ ਕੇਂਦਰ ਸਰਕਾਰ ਆ ਉਹ ਬਿਲਕੁਲ ਸਾਡੇ ਵੱਲ ਉਹਨਾਂ ਦੀ ਨਾ ਤਾਂ ਕੋਈ ਹਮਦਰਦੀ ਆ, ਨਾ ਕਿਸੇ ਤਰ੍ਹਾਂ ਦੀ ਕੋਈ ਸੰਵੇਦਨਾ। ਉਹ ਸਿਰਫ ਸਾਨੂੰ ਖਰਾਬ ਕਰ ਰਹੀ ਆ। 8 ਦੌਰ ਦੀ ਜਿਹੜੀ ਮੀਟਿੰਗ ਆ, ਗੇੜਾਂ ਦੀ ਮੀਟਿੰਗ ਹੋ ਗਈ ਹੈ ਤੇ ਇਹਦੇ ਵਿੱਚ ਬੇਸਿੱਟਾ ਨਿਕਲ। ਹੁਣ 15 ਤਰੀਕ ਨੂੰ ਫਿਰ ਬੁਲਾ ਲਈ ਆ। ਤੁਸੀਂ ਜਿੰਨਾ ਮਰਜ਼ੀ ਕਹੀ ਜਾਓ ਵੀ ਕਾਨੂੰਨ ਰੱਦ ਨਹੀਂ ਕਰਨਗੇ, ਅਸੀਂ ਬਿਲਕੁਲ ਫਰਮ ਆਪਣੀ ਗੱਲ ਤੇ ਕਿ ਕਾਨੂੰਨ ਰੱਦ ਕਰਵਾਏ ਤੋਂ ਬਿਨਾਂ 1 ਵੀ ਇੰਚ ਜਿਹੜਾ ਪਿੱਛੇ ਨਹੀਂ ਹਟਾਂਗੇ। ਪਰ ਇਹ ਸਰਕਾਰ ਜੋ ਆਪਾਂ ਕਹੀ ਕਿ ਫਾਸਿਸਟ ਸਰਕਾਰ ਆ, ਇਹ ਸਰਕਾਰ ਨੂੰ ਲੋਕਾਂ ਦੇ ਨਾਲ ਕੋਈ ਲਾਗਾ ਦੇਗਾ ਨਹੀਂ। ਵਾਸ਼ਿੰਗਟਨ ਦੇ ਵਿੱਚ ਕੁਝ ਘਟਨਾ ਹੁੰਦੀ ਆ, ਦੇਸ਼ ਦੇ ਪ੍ਰਧਾਨ ਮੰਤਰੀ ਉੱਤੇ ਟਵੀਟ ਕਰਦੇ ਆ, ਉੱਤੇ ਬੋਲਦੇ ਆ, ਪਰ ਇਸ ਅੰਦੋਲਨ ਦੇ ਵਿੱਚ 70 ਕੀਮਤੀ ਜਾਨਾਂ ਚਲੀਆਂ ਗਈਆਂ, 70 ਸ਼ਹੀਦੀਆਂ ਹੋ ਗਈਆਂ ਤੇ ਪ੍ਰਧਾਨ ਮੰਤਰੀ ਇੱਕ ਸ਼ਬਦ ਵੀ ਨਹੀਂ ਬੋਲਦੇਗੇ। ਇਹਦੇ ਤੋਂ ਤੈਅ ਆ ਕਿ ਇਹ ਲੋਕ ਵਿਰੋਧੀ ਸਰਕਾਰ ਆ, ਲੋਕਾਂ ਦੀ ਦੁਸ਼ਮਣ ਸਰਕਾਰ ਆ। ਮਨਪ੍ਰੀਤ, ਜਿੱਦਾਂ ਹੁਣ ਗੱਲ ਹੋ ਰਹੀ ਹੈ ਕਿ 15 ਤਰੀਕ ਦੀ ਅਗਲੀ ਬੈਠਕ ਹੈਗੀ ਹੈ ਤੇ ਤੁਹਾਨੂੰ ਲੱਗਦਾ ਹੈ ਕਿ ਉਹਦੇ ਵਿੱਚ ਵੀ ਕੋਈ ਨਤੀਜਾ ਹੋਵੇਗਾ ਕਿ ਉਹ ਵੀ ਇਦਾਂ ਹੀ ਸਿਰਫ ਗੱਲਬਾਤ ਕਰਕੇ ਸਾਰ ਦਿੱਤਾ ਜਾਵੇਗਾ? ਦੇਖੋ ਅੱਜ ਇੱਕ ਗੱਲ ਹੋਰ ਕਹੀ ਆ ਕੇਂਦਰੀ ਮੰਤਰੀ ਜਿਹੜੇ ਨੇ ਨਰਿੰਦਰ ਤੋਮਰ ਖੇਤੀਬਾੜੀ ਮੰਤਰੀ ਨੇ, ਉਹਨਾਂ ਨੇ ਕਿਹਾ ਕਿ ਤੁਸੀਂ ਸੁਪਰੀਮ ਕੋਰਟ ਚਲੇ ਜਾਓ। ਕਿਸਾਨਾਂ ਨੇ ਬੜੇ ਸਾਫ਼ ਲਫ਼ਜ਼ਾਂ ਦੇ ਵਿੱਚ ਕਿਹਾ ਕਿ ਜਿਹੜੇ ਸੁਪਰੀਮ ਕੋਰਟ ਆ ਉਹਨਾਂ ਨੇ ਸਾਨੂੰ ਕਿਹਾ ਕਿ ਤੁਹਾਡਾ ਅੰਦੋਲਨ ਬਿਲਕੁਲ ਕਨਸਟੀਟਿਊਸ਼ਨਲ ਆ, ਕਿਉਂਕਿ ਤੁਸੀਂ ਸ਼ਾਂਤਮਈ ਢੰਗ ਨਾਲ ਇਹ ਅੰਦੋਲਨ ਕਰ ਰਹੇ ਹੋ ਤੇ ਇਸ ਕਰਕੇ ਇਸ ਵਿੱਚ ਕੋਈ ਗੜਬੜ ਨਹੀਂ ਆ। ਸਰਕਾਰ ਆਪ ਸੁਪਰੀਮ ਕੋਰਟ ਦੇ ਵਿੱਚ ਗਈ ਆ। ਦੂਸਰੀ ਗੱਲ, ਜੇ ਸੁਪਰੀਮ ਕੋਰਟ ਦੀ ਗੱਲ ਇਹੀ ਜਿਹੜੇ ਮੰਤਰੀ ਕਰਦੇ ਨੇ ਤੇ ਸੁਪਰੀਮ ਕੋਰਟ ਦੀ ਗੱਲ ਕਿਉਂ ਨਹੀਂ ਮੰਨਦੇ? ਸੁਪਰੀਮ ਕੋਰਟ ਨੇ ਤਾਂ ਕਿਹਾ ਸੀ ਕਿ ਤੁਸੀਂ ਥੋੜੀ ਦੇਰ ਲਈ ਕਾਨੂੰਨ ਰੋਕ ਲਓ, ਉਹਨਾਂ ਨੂੰ ਹੋਲਡ ਕਰ ਲਓ, ਇੱਕ ਕਮੇਟੀ ਬਣਾ ਦਿਓ, ਇੱਕ ਪੈਨਲ ਬਣਾ ਦਿਓ, ਸੁਖਾਵੇਂ ਮਾਹੌਲ ਦੇ ਵਿੱਚ ਗੱਲਬਾਤ ਹੋਵੇ ਤੇ ਉਸ ਤੋਂ ਬਾਅਦ ਤੁਸੀਂ ਗੱਲ ਨੂੰ ਅੱਗੇ ਤੋਰੋ। ਇਹ ਗੱਲ ਸਰਕਾਰ ਨੇ ਹਜੇ ਤੱਕ ਮੰਨੀ ਨਹੀਂ, ਨਾ ਹੀ ਕੇਂਦਰ ਸਰਕਾਰ ਨੇ ਉਹਨਾਂ ਨੂੰ ਆਫਰ ਦਿੱਤੀ ਆ। ਅਗਲੀਆਂ ਗੱਲਾਂ ਵੱਲ ਵੱਧ ਰਹੇ ਆ ਕਿ ਤੁਸੀਂ ਜਾ ਕੇ ਜੀ ਉੱਥੇ ਸੁਪਰੀਮ ਕੋਰਟ ਚਲੇ ਜਾਓ। ਉਹ ਕਹਿੰਦੇ ਅਸੀਂ ਇਹ ਸਾਰੀ ਲੜਾਈ ਲੋਕਾਂ ਦੀ ਅਦਾਲਤ ਵਿੱਚ ਲੜਾਂਗੇ, ਕਿਉਂਕਿ ਲੋਕਾਂ ਦੀ ਅਦਾਲਤ ਸਭ ਤੋਂ ਵੱਡੀ ਆ। ਅੱਜ ਜੇ ਲੋਕਤੰਤਰ ਆ ਕਿਸੇ ਵੀ ਦੇਸ਼ ਦੇ ਵਿੱਚ, ਡੈਮੋਕ੍ਰੇਸੀ ਆ, ਤਾਂ ਹੀ ਸੁਪਰੀਮ ਕੋਰਟ ਆ, ਤਾਂ ਹੀ ਪਾਰਲੀਮੈਂਟ ਆ, ਤਾਂ ਹੀ ਵੱਖਰੇ ਵੱਖਰੇ ਇੰਸਟੀਟਿਊਸ਼ਨਸ ਆ। ਲੋਕਾਂ ਤੋਂ ਬਗੈਰ ਇਹਨਾਂ ਇੰਸਟੀਟਿਊਸ਼ਨ ਦਾ ਕੋਈ ਮਤਲਬ ਨਹੀਂ। ਜੇ ਤੁਸੀਂ ਲੋਕਾਂ ਦੀ ਗੱਲ ਨਹੀਂ ਕਰੋਗੇ ਤੇ ਫਿਰ ਕਿਹਨਾਂ ਦੀ ਗੱਲ ਕਰਨਾ ਚਾਹੁੰਦੇ ਹੋ ਤੁਸੀਂ ਜੀ? ਤੇ ਹੁਣ ਦੇਖਣਾ ਇਹ ਹੈ ਕਿ 15 ਤਰੀਕ ਨੂੰ ਬੈਠਕ ਦਾ ਕੀ ਨਤੀਜਾ ਨਿਕਲ ਕੇ ਆਂਦਾ ਹੈ। ਕੈਮਰਾਮੈਨ ਸੁਨੀਲ ਦੇ ਨਾਲ ਅਨੂਜਾ ਸ਼ਰਮਾ, ਦੇਸ਼ ਪ੍ਰਦੇਸ਼ ਟੀਵੀ, ਚੰਡੀਗੜ੍ਹ।